ਪੰਜਾਬੀ ਸਟੱਡੀ ਪਾਰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ ਤੇ ਇੱਕ ਵਾਰ ਫੇਰ ਹਾਰਦਿਕ ਸਵਾਗਤ। ਅੱਜ ਦੀ ਵੀਡੀਓ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੋਣ ਵੀ ਪੰਜਾਬੀ ਦੀ ਸਿਲੇਬਸ ਹੈ ਜੋ ਉਸ ਵਿੱਚ ਦਰਜ ਇੱਕ ਪਾਠ ਪੁਸਤਕ ਹੈ ਜਿਸ ਦਾ ਨਾਮ ਹੈ ਆਪ ਬੀਤੀ। ਇਸ ਦੇ ਨਾਲ ਜੇ ਵਿੱਚੋਂ ਆਪਾਂ ਜਿਹੜਾ ਹੈ ਪੰਜਵਾਂ ਜੋ ਸਵੈ ਜੀਵਨੀ ਅੰਸ਼ ਪੜ੍ਹਿਆ ਹੋਇਆ ਹੈਗਾ ਤਖਤ ਜਾਂ ਤਖਤ, ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਆਪਾਂ ਅੱਜ ਵਾਚਾਂਗੇ। ਤੇ ਪਹਿਲਾ ਪ੍ਰਸ਼ਨ ਹੈ ਤਖਤ ਜਾਂ ਤਖਤਾ ਸਵੈ ਜੀਵਨੀ ਅੰਸ਼ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਤਖਤ ਜਾਂ ਤਖਤਾ ਸਵੈ ਜੀਵਨੀ ਅੰਸ਼ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਆਪ ਬੀਤੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਲੇਖਕ ਨੇ ਆਪਣੇ MSc ਆਨਰਸ ਬੋਟਨੀ ਮਤਲਬ ਵਿਸ਼ਾ ਸੀਗਾ ਪਾਸ ਕਰਨ ਪਿੱਛੋਂ ਬੇਰੁਜ਼ਗਾਰ ਰਹਿਣ ਦੀ ਅਵਸਥਾ ਅਤੇ ਦ੍ਰਿੜ ਨਿਸ਼ਚੇ ਦੇ ਨਾਲ ICS ਦੀ ਪ੍ਰੀਖਿਆ ਨੂੰ ਪਾਸ ਕਰਨ ਦਾ ਵਰਣਨ ਕੀਤਾ ਹੈ। ਲੇਖਕ ਨੇ MSc ਆਨਰਸ ਅਵਲ ਦਰਜੇ ਵਿੱਚ ਪਾਸ ਕੀਤੀ ਸੀ ਅਤੇ ਕਾਲਜ ਵਿੱਚੋਂ ਪ੍ਰੋਫੈਸਰ ਅਤੇ ਪ੍ਰਿੰਸੀਪਲ ਸਾਹਿਬ ਤੋਂ ਚੰਗੇ ਸਰਟੀਫਿਕੇਟ ਪ੍ਰਾਪਤ ਕੀਤੇ ਸੀ। ਖੇਤੀਬਾੜੀ ਵਿੱਚ ਡਿਪਰੈਸ਼ਨ ਕਾਰਨ ਜ਼ਿਮੀਂਦਾਰਾਂ ਦੀ ਹਾਲਤ ਬੜੀ ਪਤਲੀ ਸੀ ਅਤੇ ਕਿਧਰੇ ਕੋਈ ਰੁਜ਼ਗਾਰ ਦਿਖਾਈ ਨਹੀਂ ਸੀ ਦਿੰਦਾ। ਉਸਨੇ ਲੈਕਚਰਰ ਬਣਨ ਲਈ ਅਸਫਲ ਯਤਨ ਕੀਤਾ। 1925 ਦੀ ਘਟਨਾ ਪਿੱਛੋਂ ਉਸਦੇ ਮਨ ਦੇ ਵਿੱਚ ICS ਦੇ ਇਮਤਿਹਾਨ ਦਾ ਸ਼ੌਕ ਪੈਦਾ ਹੋ ਗਿਆ। ਇਸ ਲਈ ਦਾਖਲਾ ਫੀਸ ਭਰੀ। ਉਸ ਦੀ ਆਰਥਿਕ ਤੌਰ 'ਤੇ ਹਾਲਤ ਬੜੀ ਮੰਦੀ ਸੀ। ਇਮਤਿਹਾਨ ਦੀ ਤਿਆਰੀ ਲਈ ਬੀਕਾਨੇਰ ਵਿਖੇ ਗਜ ਸਿੰਘਪੁਰ ਪੁੱਜਿਆ ਅਤੇ ਬੀਕਾਨੇਰ ਦੇ ਰਾਜੇ ਨੂੰ ਜ਼ਿਮੀਂਦਾਰਾਂ ਦੀ ਹਾਲਤ ਬਾਰੇ ਉਸਨੇ ਦੱਸਿਆ। ਜਨਵਰੀ 1931 ਵਿੱਚ ਦਿੱਲੀ ਦੇ ਮੈਟਕਾਫ ਹਾਊਸ ਵਿੱਚ ਇਮਤਿਹਾਨ ਦਿੱਤਾ ਪਰ 19ਵਾਂ ਨੰਬਰ ਆਉਣ ਕਰਕੇ ਅਸਫਲ ਰਿਹਾ। ਜਨਵਰੀ 1932 ਦੇ ਇਮਤਿਹਾਨ ਵਿੱਚ ਫਿਰ ਉਹ 5ਵੇਂ ਨੰਬਰ 'ਤੇ ਆ ਗਿਆ। ਇਮਤਿਹਾਨ ਦੀ ਸਖਤੀ ਦੇ ਅਹਿਸਾਸ ਦਾ ਉਸਦੇ ਮਨ ਉੱਪਰ ਬੜਾ ਬੋਝ ਰਹਿੰਦਾ ਸੀ। ਇੱਕ ਲਾਲੇ ਨੇ ਹੇਰਾਫੇਰੀ ਕੀਤੀ ਅਤੇ ਮਗਰੋਂ ਉਸਨੂੰ ਸਬਕ ਦਿੱਤਾ ਅਤੇ ਆਦਿ ਲੇਖਕ ਦੀ ਸਵੈ ਜੀਵਨੀ ਨਾਲ ਸੰਬੰਧਿਤ ਮਹੱਤਵਪੂਰਨ ਘਟਨਾਵਾਂ ਇਸ ਸਵੈ ਜੀਵਨੀ ਅੰਸ਼ ਦੇ ਵਿੱਚ ਪੇਸ਼ ਕੀਤੀਆਂ ਹੋਈਆਂ ਨੇ ਵੀ ਕਿਸ ਤਰ੍ਹਾਂ ਫਿਰ ਉਹ ਇਮਤਿਹਾਨ ਦੇ ਵਿੱਚ 5ਵੇਂ ਨੰਬਰ 'ਤੇ ਆ ਗਿਆ। ਫਿਰ ਉਹ ਦਿੱਲੀ ਦਾ ਡਿਪਟੀ ਕਮਿਸ਼ਨਰ ਬਣ ਗਿਆ ਸੀ ਅਤੇ ਫਿਰ ਉਸਨੇ ਉਸ ਲਾਲੇ ਤੋਂ ਜਿਹੜਾ ਹੈ ਆਪਣਾ ਪੁਰਾਣਾ ਬਦਲਾ ਵੀ ਚੁਕਾਇਆ ਸੀਗਾ। ਤਾਂ ਅਗਲਾ ਪ੍ਰਸ਼ਨ ਹੈ ਲੇਖਕ ਨੇ ICS ਪਾਸ ਕਰਨ ਤੋਂ ਪਹਿਲਾਂ ਦੀ ਆਪਣੇ ਆਲੇ ਦੁਆਲੇ ਦੀ ਮੰਦਹਾਲੀ ਬਾਰੇ ਜੋ ਕੁਝ ਦੱਸਿਆ ਹੈ ਉਸਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ICS ਪਾਸ ਕਰਨ ਤੋਂ ਪਹਿਲਾਂ ਲੇਖਕ ਨੂੰ ਆਲੇ ਦੁਆਲੇ ਦੀ ਮੰਦਹਾਲੀ ਕਾਰਨ ਬੁਰੀ ਤਰ੍ਹਾਂ ਨਿਰਾਸ਼ ਹੋਣਾ ਪਿਆ ਸੀ। ਉਹ ਲਿਖਦਾ ਹੈ ਕਿ ਉਸ ਸਮੇਂ ਅਰਥਾਤ 1930 ਈਸਵੀ ਵਿੱਚ ਖੇਤੀਬਾੜੀ ਵਿੱਚ ਬੜਾ ਮੰਦਾ ਲੱਗਿਆ ਹੋਇਆ ਸੀ। ਕਣਕ ਦਾ ਭਾਅ 1.5 ਰੁਪਏ ਮਣ ਸੀ। ਸ਼ਹਿਰਾਂ ਵਾਲੇ ਤਾਂ ਭਾਵੇਂ ਕਣਕ ਦੇ ਸਸਤੀ ਹੋਣ ਕਰਕੇ ਖੁਸ਼ ਸੀਗੇ, ਪਰੰਤੂ ਪਿੰਡਾਂ ਦੇ ਕਿਸਾਨਾਂ ਅਤੇ ਜ਼ਿਮੀਂਦਾਰਾਂ ਦੀ ਆਰਥਿਕ ਹਾਲਤ ਦਾ ਭੱਠਾ ਬੈਠ ਗਿਆ ਸੀ। ਅੱਧੀ ਤੋਂ ਵੱਧ ਫਸਲ ਦਾ ਮੁੱਲ ਮਾਮਲੇ ਦੇ ਲੇਖੇ ਲੱਗ ਜਾਂਦਾ ਸੀ। ਤੰਗ ਆਏ ਜ਼ਿਮੀਂਦਾਰ ਖੇਤੀ ਵਿੱਚ ਦਿਲਚਸਪੀ ਲੈਣੀ ਛੱਡ ਰਹੇ ਸੀਗੇ ਕਿਉਂਕਿ ਉਹਨਾਂ ਨੂੰ ਆਪਣੀ ਮਿਹਨਤ ਦਾ ਬਦਲਾ ਨਹੀਂ ਸੀ ਮਿਲ ਰਿਹਾ। ਉਹ ਬੜੇ ਨਿਰਾਸ਼ ਸਨ। ਫਾਲਤੂਆਂ ਨੂੰ ਲੋਕ ਕੁੱਤਿਆਂ ਅਤੇ ਪਸ਼ੂਆਂ ਨੂੰ ਖਵਾ ਰਹੇ ਸਨ। ਇਸ ਮੰਦਵਾੜੇ ਕਰਕੇ ਸਨਅਤਾਂ ਅਤੇ ਕਿੱਤਿਆਂ ਉੱਤੇ ਵੀ ਹਾਨੀਕਾਰਕ ਪ੍ਰਭਾਵ ਪੈ ਰਿਹਾ ਸੀ ਅਤੇ ਨੌਕਰੀ ਕਿਤੇ ਵਿਖਾਈ ਵੀ ਨਹੀਂ ਸੀ ਦਿੰਦੀ। ਇਹੋ ਹਾਲਾਤ ਹੀ ਬੀਕਾਨੇਰ ਵਿੱਚ ਪੰਜਾਬੀ ਕਿਸਾਨਾਂ ਦੇ ਸੀਗੇ। ਉਹ ਮੰਦਵਾੜੇ ਕਾਰਨ ਆਪਣੀ ਜ਼ਮੀਨ ਦੀਆਂ ਕਿਸ਼ਤਾਂ ਨਹੀਂ ਸੀ ਭਰ ਸਕੇ। ਇਸ ਕਰਕੇ ਹੀ ਲੇਖਕ ਨੇ ਬੀਕਾਨੇਰ ਦੇ ਮਹਾਰਾਜੇ ਗੰਗਾ ਸਿੰਘ ਨੂੰ ਕਿਸ਼ਤਾਂ ਤਾਰਨ ਵਿੱਚ ਨਰਮੀ ਕਰਨ ਲਈ ਕਿਹਾ ਸੀ ਅਤੇ ਉਸਨੂੰ ਉਸ ਉੱਤੇ ਆਪਣੀ ਗੱਲ ਦਾ ਅਸਰ ਹੁੰਦਾ ਪ੍ਰਤੀਤ ਹੋਇਆ ਸੀਗਾ। ਇਹ ਆਪਣਾ ਦੂਸਰਾ ਪ੍ਰਸ਼ਨ ਦਾ ਉੱਤਰ ਹੈਗਾ। ਅੱਗੇ ਹੈ ਸਾਡਾ ਤੀਸਰਾ ਪ੍ਰਸ਼ਨ। ਸਰ ਸੁੰਦਰ ਸਿੰਘ ਮਜੀਠੀਆ ਦੇ ਨਾਲ ਡਾਕਟਰ ਰੰਧਾਵਾ ਦੀ ਵਾਰਤਾਲਾਪ ਹੋਈ ਸੀਗੀ ਜਿਹੜੀ ਉਸਨੂੰ ਆਪਣੇ ਸ਼ਬਦਾਂ 'ਚ ਲਿਖਣਾ ਹੈ। ਖਾਲਸਾ ਕਾਲਜ ਵਿੱਚ ਬੋਟਨੀ ਦੇ ਲੈਕਚਰਰ ਦੀ ਨੌਕਰੀ ਪ੍ਰਾਪਤ ਕਰਨ ਲਈ ਜਿਹੜਾ ਹੈ ਲੇਖਕ ਡਾਕਟਰ ਰੰਧਾਵਾ ਉੱਥੋਂ ਦੇ ਬੋਟਨੀ ਦੇ ਪ੍ਰੋਫੈਸਰ ਚਰਨ ਸਿੰਘ ਦੀ ਸਲਾਹ ਅਨੁਸਾਰ ਕਾਲਜ ਦੇ ਕਰਤਾ ਧਰਤਾ ਸਰ ਸੁੰਦਰ ਸਿੰਘ ਮਜੀਠੀਆ ਨੂੰ ਮਿਲਿਆ। ਲੇਖਕ ਨੇ ਵਧੀਆ ਸੂਟ ਪਾ ਕੇ ਟਾਈ ਲਾਈ ਹੋਈ ਸੀ ਅਤੇ ਪੋਲਿਸ਼ ਕਰਕੇ ਬੂਟ ਪਾਏ ਹੋਏ ਸੀਗੇ। ਸਰਦਾਰ ਜੀ ਨੇ ਉਸ ਵੱਲ ਨੀਝ ਨਾਲ ਵੇਖਿਆ। ਲੇਖਕ ਦੀ ਦਾੜ੍ਹੀ ਵਿਰਲੀ ਸੀ ਅਤੇ ਉਸਨੇ ਘੜਾ ਵੀ ਨਹੀਂ ਸੀ ਪਾਇਆ ਹੋਇਆ। ਸਰਦਾਰ ਜੀ ਨੇ ਪੁੱਛਿਆ ਕਿ ਕੀ ਉਹ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ। ਲੇਖਕ ਨੇ ਉੱਤਰ ਦਿੱਤਾ ਕਿ ਉਹ ਪਾਠ ਜਾਣਦਾ ਹੈ ਪਰ ਕਰਦਾ ਨਹੀਂ। ਉਸਨੇ ਅੱਗੋਂ ਫੇਰ ਕਿਹਾ ਮੇਰਾ ਖਿਆਲ ਹੈ ਕਿ ਬੋਟਨੀ ਪੜ੍ਹਾਉਣ ਦੀ ਅਸਾਮੀ ਹੈ ਨਾ ਕਿ ਗਿਆਨੀ ਦੀ। ਲੇਖਕ ਨੂੰ ਸਰਦਾਰ ਜੀ ਦੇ ਅਜਿਹੇ ਸਵਾਲ ਸੁਣ ਕੇ ਬੜੀ ਘਿਰਨਾ ਹੋਈ। ਉਸਨੇ ਸੋਚਿਆ
ਕਿ ਇਹਨਾਂ ਮਜ਼ਹਬੀ ਸੰਸਥਾਵਾਂ ਵਿੱਚ ਅਕਲ ਅਤੇ ਇਲਮ ਦੀ ਕੋਈ ਕਦਰ ਨਹੀਂ ਹੈਗੀ। ਉਸਨੇ ਅਨੁਭਵ ਕੀਤਾ ਕਿ ਨਾ ਸਰਦਾਰ ਜੀ ਨੇ ਉਸਨੂੰ ਪਸੰਦ ਕੀਤਾ ਅਤੇ ਨਾ ਹੀ ਉਸਨੇ ਸਰਦਾਰ ਜੀ ਨੂੰ। ਅਗਲਾ ਪ੍ਰਸ਼ਨ ਹੈ, ਦਿੱਲੀ ਦਾ ਡਿਪਟੀ ਕਮਿਸ਼ਨਰ ਲੱਗਣ ਪਿੱਛੋਂ ਡਾਕਟਰ ਰੰਧਾਵਾ ਨੇ ਪੇਸ਼ ਕੀ ਕਰਾਇਆ? ਦੱਬਣ ਵਾਲੇ ਲਾਲੇ ਨੂੰ ਕਿਸ ਤਰ੍ਹਾਂ ਸਬਕ ਸਿਖਾਇਆ? ਜਨਵਰੀ 1932 ਵਿੱਚ ਡਾਕਟਰ ਰੰਧਾਵਾ ਜਦੋਂ ICS ਦੇ ਪ੍ਰੀਖਿਆ ਦੇ ਮੁਕਾਬਲੇ ਦੀ ਪ੍ਰੀਖਿਆ ਦੇਣ ਦੇ ਲਈ ਦਿੱਲੀ ਗਿਆ ਸੀ ਤਾਂ ਉਸਨੇ ਖੈਬਰ ਦੀ ਕੋਠੀ ਨੂੰ ਮਨਹੂਸ ਸਮਝ ਕੇ ਆਪਣੀ ਰਹਿਣ ਦਾ ਇੰਤਜ਼ਾਮ ਮੈਟਕਾਫ ਹਾਊਸ ਦੇ ਕੋਲ ਹੀ ਕੀਤਾ। ਉਹਨਾਂ ਤੋਂ ਇੱਕ ਨਵੀਂ ਜਿਹੀ ਕੋਠੀ ਵਿੱਚ ਇੱਕ ਨੌਜਵਾਨ ਲਾਲੇ ਨੇ ਛੋਟੇ ਜਿਹੇ ਕਮਰੇ ਦਾ 50 ਰੁਪਏ ਮਹੀਨਾ ਕਿਰਾਇਆ ਮੰਗਿਆ। ਲੇਖਕ ਨੇ ਕਿਰਾਇਆ ਦੇਣਾ ਮੰਨ ਕੇ ਉਸ ਨੂੰ 10 ਰੁਪਏ ਪੇਸ਼ਗੀ ਦੇ ਦਿੱਤੇ। ਭਾਵ ਉਹਨੇ ਐਡਵਾਂਸ ਦੇ ਦਿੱਤੇ ਵੀ ਮੈਂ ਅਗਲੇ ਦਿਨ ਆਊਂਗਾ, ਠੀਕ ਆ। ਅਗਲੇ ਦਿਨ ਜਦੋਂ ਲੇਖਕ ਆਪਣੀ ਕਿਤਾਬਾਂ ਅਤੇ ਬਿਸਤਰਾ ਚੁੱਕ ਕੇ ਉੱਥੇ ਪਹੁੰਚਿਆ ਤਾਂ ਲਾਲਾ ਸਾਫ਼ ਹੀ ਮੁੱਕਰ ਗਿਆ। ਉਸਨੇ ਪੇਸ਼ਗੀ ਦਿੱਤੇ 10 ਰੁਪਏ ਵੀ ਮਾਰ ਲਏ। ਲੇਖਕ ਦਾ ਮਨ ਬੜਾ ਦੁਖੀ ਹੋਇਆ। 1946 ਵਿੱਚ ਜਦੋਂ ਲੇਖਕ ਦਿੱਲੀ ਦਾ ਡਿਪਟੀ ਕਮਿਸ਼ਨਰ ਬਣ ਗਿਆ ਤਾਂ ਲੇਖਕ ਨੇ ਕੋਠੀ ਲੱਭ ਲਈ ਅਤੇ ਉਸ ਨੇ ਦੇ ਪੇਸ਼ਕਾਰ ਨੇ ਲਾਲੇ ਨੂੰ ਵੀ ਲੱਭ ਲਿਆਂਦਾ। ਲੇਖਕ ਆਪਣੇ ਦਫ਼ਤਰ ਵਿੱਚ ਬੈਠਾ ਹੋਇਆ ਸੀ ਅਤੇ ਲਾਲਾ ਅੰਦਰ ਆਇਆ। ਲੇਖਕ ਨੂੰ ਜਨਵਰੀ 1932 ਵਿੱਚ ਇੱਕ ਸਿੱਖ ਮੁੰਡੇ ਦਾ ਜੇ 10 ਰੁਪਏ ਮਾਰਨ ਦੀ ਗੱਲ ਪੁੱਛੀ, ਹੁਣ ਲੇਖਕ ਨੇ ਉਹਨੂੰ ਪੁੱਛ ਲਿਆ, ਠੀਕ ਆ, ਤਾਂ ਉਸਦਾ ਰੰਗ ਫੱਕ ਹੋ ਗਿਆ। ਜਦੋਂ ਲੇਖਕ ਨੇ ਕਿਹਾ ਕਿ ਉਹ ਸਿੱਖ ਨੌਜਵਾਨ ਉਹ ਆਪ ਹੀ ਹੈ ਤਾਂ ਬੜਾ ਹੀ ਘਬਰਾਇਆ। ਲੇਖਕ ਨੇ ਉਸਨੂੰ ਕਿਹਾ ਕਿ 200 ਰੁਪਇਆ ਮਹਿਰੌਲੀ ਦੀ ਲਾਇਬ੍ਰੇਰੀ ਨੂੰ ਚੰਦਾ ਦੇ ਦੇਵੇ ਅਤੇ ਉਸਦਾ 1932 ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਹੈ। ਲਾਲੇ ਨੇ ਤੁਰੰਤ ਹੀ ਚੰਦਾ ਦੇ ਕੇ ਆਪਣੀ ਜਾਨ ਦੀ ਖਲਾਸੀ ਕਰਾਈ। ਅਤੇ ਅਗਲਾ ਪ੍ਰਸ਼ਨ ਹੈ ਸਾਡਾ 5ਵਾਂ, ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਦੀ ਸਫਲਤਾ ਦਾ ਕੀ ਕਾਰਨ ਸੀ ਅਤੇ ਤਾਕਤ ਜਾਂ ਤਾਕਤਾਂ ਪਾਠ ਦੇ ਆਧਾਰ 'ਤੇ ਆਪਾਂ ਨੇ ਦੱਸਣਾ ਹੈਗਾ। ਬੜਾ ਮਹੱਤਵਪੂਰਨ ਪ੍ਰਸ਼ਨ ਹੈ, ਬਹੁਤ ਵਾਰੀ ਆਇਆ ਹੈ ਪ੍ਰੀਖਿਆ ਦੇ ਵਿੱਚ। ICS ਦੀ ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਦੀ ਸਫਲਤਾ ਦਾ ਭੇਦ ਇਹ ਸੀ ਕਿ ਉਸਨੇ ਇਹ ਪ੍ਰੀਖਿਆ ਪਾਸ ਕਰਨ ਦਾ ਦ੍ਰਿੜ ਨਿਸ਼ਚਾ ਕੀਤਾ ਹੋਇਆ ਸੀ। ਉਹ ਲਿਖਦਾ ਹੈ ਕਿ ਮੈਨੂੰ ਇੰਝ ਮਾਲੂਮ ਹੁੰਦਾ ਸੀ ਜਿਵੇਂ ਇੱਕ ਮੈਂ ਡੂੰਘੇ ਖੋਏ ਦੇ ਮੂੰਹ 'ਤੇ ਖੜ੍ਹਾ ਹਾਂ। ਜਾਂ ਤਾਂ ਫਿਰ ਹਿੰਮਤ ਕਰਕੇ ਇਸ ਨੂੰ ਟੱਪਣਾ ਹੈ, ਨਹੀਂ ਤਾਂ ਫਿਰ ਇਸ ਚੈਲੰਜ ਨੇ ਮੇਰੇ ਵਿੱਚ ਅਣਥੱਕ ਮਿਹਨਤ ਦਾ ਜਜ਼ਬਾ ਪੈਦਾ ਕੀਤਾ। ਉਸਨੇ ਉਪਰੋਕਤ ਦ੍ਰਿੜ ਸੰਕਲਪ ਕਰਕੇ ਪ੍ਰੀਖਿਆ ਦੀ ਤਿਆਰੀ ਲਈ ਸਖਤ ਮਿਹਨਤ ਕੀਤੀ। ਜਦੋਂ ਉਹ ਪਹਿਲੀ ਵਾਰ ਇਸ ਪ੍ਰੀਖਿਆ ਵਿੱਚ ਸਫਲ ਨਾ ਹੋਇਆ ਤਾਂ ਉਸਨੇ ਹਿੰਮਤ ਨਹੀਂ ਹਾਰੀ, ਸਗੋਂ ਉਸਨੇ ਸਵੈ ਪੜਚੋਲ ਕੀਤੀ। ਉਹ ਲਿਖਦਾ ਹੈ ਕਿ ਇਹਨਾਂ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਮਜ਼ਮੂਨਾਂ ਦਾ ਵੀ ਮੁਕਾਬਲਾ ਹੁੰਦਾ ਹੈ। ਜਿਨ੍ਹਾਂ ਨੇ ਅੰਗਰੇਜ਼ੀ ਸਾਹਿਤ, ਪੋਲੀਟਿਕਸ, ਤਵਾਰੀਖ ਅਤੇ ਉਰਦੂ ਸਾਹਿਤ ਲਿਆ ਹੋਵੇ ਉਹ ਸਾਇੰਸ ਦੇ ਮਜ਼ਮੂਨਾਂ ਦੇ ਮੁਕਾਬਲੇ 'ਤੇ ਘੱਟ ਮਿਹਨਤ ਨਾਲ ਜ਼ਿਆਦਾ ਨੰਬਰ ਲੈ ਸਕਦੇ ਹਨ। ਦੂਸਰੇ ਉਸਨੇ ਇਹ ਵੀ ਮੰਨ ਕੀਤਾ ਕਿ ਉਸ ਦੀ ਪਹਿਲੀ ਤਿਆਰੀ ਵਿੱਚ ਕੁਝ ਕਮੀ ਵੀ ਸੀਗੀ। ਇਸ ਪ੍ਰਕਾਰ ਉਸਨੇ ਸਾਰੇ ਜਿਹੜੇ ਔਗਣ ਸੀ ਦੂਰ ਕੀਤੇ ਅਤੇ ਫਿਰ ਦ੍ਰਿੜ ਸੰਕਲਪ, ਸਖਤ ਮਿਹਨਤ, ਆਤਮ ਵਿਸ਼ਵਾਸ ਅਤੇ ਸਵੈ ਪੜਚੋਲ ਦੇ ਨਾਲ ਲੇਖਕ ਦੂਜੀ ਵਾਰੀ ਮੁਕਾਬਲੇ ਦੀ ਪ੍ਰੀਖਿਆ ਵਿੱਚ ਸਫਲ ਹੋ ਗਿਆ। ਉਸ ਦੇ ਚਰਿੱਤਰ ਦੇ ਇਹਨਾਂ ਗੁਣਾਂ ਵਿੱਚ ਹੀ ਉਸ ਦੀ ਸਫਲਤਾ ਦਾ ਭੇਤ ਲੁਕਿਆ ਹੋਇਆ ਸੀ। ਹੁਣ ਅਗਲਾ ਪ੍ਰਸ਼ਨ ਹੈ 6ਵਾਂ, ਤਖਤ ਜਾਂ ਤਖਤਾ ਸਵੈ ਜੀਵਨੀ ਅੰਸ਼ ਨਾਂ ਦਾ ਪਾਠ ਡਾਕਟਰ ਰੰਧਾਵਾ ਦੀ ਸ਼ਖਸੀਅਤ ਦੇ ਕਿਹੜੇ ਗੁਣ ਉਜਾਗਰ ਕਰਦਾ ਹੈ? ਤਖਤ ਜਾਂ ਤਖਤਾ ਸਵੈ ਜੀਵਨੀ ਅੰਸ਼ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਆਪ ਬੀਤੀ ਦਾ ਇੱਕ ਅੰਸ਼ ਹੈ। ਇਸ ਵਿੱਚੋਂ ਡਾਕਟਰ ਸਾਹਿਬ ਦੀ ਮਹਾਨ ਸ਼ਖਸੀਅਤ ਦੇ ਮਹੱਤਵਪੂਰਨ ਗੁਣ ਸਾਡੇ ਸਾਹਮਣੇ ਭਲੀ ਭਾਂਤ ਉਜਾਗਰ ਹੁੰਦੇ ਨੇ। ਉਹ ਕਿਹੜੇ ਕਿਹੜੇ ਨੇ ਆਪਾਂ ਦੇਖਦੇ ਹੈਗੇ। ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਪਿਤਾ ਜੀ ਤਹਿਸੀਲਦਾਰ ਸਨ ਅਤੇ ਉਹਨਾਂ ਦੇ 6 ਭਰਾ ਸੀਗੇ। ਜਦੋਂ ਲੇਖਕ ਨੇ MSc ਕੀਤੀ ਸੀ ਅਤੇ ਉਸਦੇ ਜੇ ਮਾੜੀ ਮਾੜੀ ਦਾੜੀ ਆਈ ਹੋਈ ਸੀ। ਉਹ ਜਪਜੀ ਸਾਹਿਬ ਦਾ ਪਾਠ ਜਾਣਦਾ ਸੀ ਪਰ ਉਹ ਪੜ੍ਹਦਾ ਨਹੀਂ ਸੀ। ਉਹ ਵਿਦਿਆਰਥੀ ਦੇ ਰੂਪ ਵਿੱਚ ਬਹੁਤ ਹੁਸ਼ਿਆਰ ਸੀ। ਉਸਨੇ MSc ਆਨਰਜ਼ ਯੂਨੀਵਰਸਿਟੀ ਵਿੱਚ ਫਸਟ ਰਹਿ ਕੇ ਪਾਸ ਕੀਤੀ ਸੀ। ਪ੍ਰਿੰਸੀਪਲ ਨੇ ਉਸ ਦਾ ਨਾਂ ਰੋਲ ਆਫ ਆਨਰ ਵਿੱਚ ਸ਼ਾਮਿਲ ਕੀਤਾ ਸੀ। ਉਹ ਮਹਾਰਾਜੇ ਨਾਲ ਗੱਲਬਾਤ ਕਰਨ ਸਮੇਂ ਚੇਤਨ ਅਤੇ ਜਿਹੜਾ ਹੈ ਬਹੁਤ ਹੀ ਹੁਸ਼ਿਆਰੀ ਦੇ ਨਾਲ ਕਰਦਾ ਹੈ, ਮਹਾਰਾਜੇ ਦੇ ਨਾਲ ਗੱਲਬਾਤ ਕਰਦਾ ਹੈਗਾ। ਅਤੇ ਉਹ ਮਜ਼੍ਹਬੀ ਕੱਟੜਵਾਦ ਤੋਂ ਪੂਰੀ ਤਰ੍ਹਾਂ ਮੁਕਤ ਸੀ ਅਤੇ ਇਸ ਨੂੰ ਪਸੰਦ ਨਹੀਂ ਸੀ ਕਰਦਾ। ICS ਦੀ ਪ੍ਰੀਖਿਆ ਪਾਸ ਕਰਨ ਲਈ ਉਸਨੇ ਜੋ ਮਿਹਨਤ ਕੀਤੀ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਦ੍ਰਿੜ ਨਿਸ਼ਚੇ ਵਾਲਾ ਵਿਅਕਤੀ ਸੀਗਾ। ਇਸ ਤੋਂ ਬਿਨਾਂ ਉਹ ਆਤਮ ਵਿਸ਼ਵਾਸੀ, ਸਵੈ ਪੜਚੋਲੀਆ, ਕੀਤੀ ਹੋਈ ਨਾ ਭੁੱਲਣ ਵਾਲਾ ਅਤੇ ਬੁਰੇ ਨੂੰ ਸਾਫ਼ ਸਿਖਾਉਣ ਵਾਲਾ ਅਤੇ ਉੱਤਮ ਗਾਦਕਾਰ ਅਤੇ ਉੱਚੇ ਅਹੁਦੇ ਦਾ ਮਾਲਕ ਸੀਗਾ। ਇਹ ਉਹਦੀ ਸ਼ਖਸੀਅਤ ਦੇ ਕੁਝ ਗੁਣ ਸੀਗੇ। ਅਤੇ ਹੁਣ ਆਪਾਂ ਇਸ ਪਾਠ ਦੇ ਨਾਲ ਸੰਬੰਧਿਤ ਵਸਤੂਨਿਸ਼ਟ ਪ੍ਰਸ਼ਨ ਬੜੇ ਇੰਪੋਰਟੈਂਟ ਨੇ ਬੇਟਾ ਜੀ।
क्योंकि तुहाडे पेपर दे विच 30 नंबर का जो प्रश्न हैगा वो इन्ना वस्तुनिष्ठ प्रश्न विचों ही आना हैगा। सो बड़े इंपॉर्टेंट ने आपां भी पढ़ने हैगे ने। तो पहला प्रश्न है तख्त या तख्ता स्वैजीवनी अंश का लेखक कौन है। तो ऑप्शनस दित्तियां हुई ने तुहानूं। तो इसका लेखक है डॉक्टर महिंदर सिंह रंधावा। महिंदर सिंह रंधावा के लिखे स्वैजीवनी अंश का नाम लिखना हैगा। तो यदा नाम की है, आपां पहले गल कीती हैगी आप बीती। ठीक है, तख्त या तख्ता मतलब पाठ पुस्तक किहड़ी सीगी आप बीती, तो वो स्वैजीवनी अंश जिहड़ा साडी पाठ पुस्तक विच दर्ज है उसका नाम की है तख्त या तख्ता। अगला प्रश्न तीजा, डॉक्टर महिंदर सिंह रंधावा ने कदों MSc ऑनर्स बॉटनी की 1930 जून 1930। ठीक है, तो इस प्रश्न को होर तरह पूछा जा सकता कि डॉक्टर महिंदर सिंह रंधावा ने 1930 किहड़ी जमात पास की। MSc ऑनर्स तो इसका सबजैक्ट किहड़ा सी बॉटनी, जीव विज्ञान कहते हैं बॉटनी। ठीक, तो अगला जिहड़ा प्रश्न है वो है डॉक्टर महिंदर सिंह रंधावा ने किहड़े दर्जे विच MSc पास की सी अव्वल दर्जे विच। लेखक ने जदों कॉलेज की रोल ऑफ ऑनर ते दस्तखत कीते सीगे, पुछदा कदों 21 जनवरी 1931 ईस्वी नूं, 1 साल बाद जदों डिग्री मिलती है उदों की गल है। लेखक कॉलेज विच कमज़ोर मुंडिਆਂ ਨੂੰ की मुफ्त पढ़ाउंदा सी बॉटनी ते जूलॉजी। लेखक ने जिहड़ा है नौकरी की भाल विच किस अखबार विचों इश्तिहार पढ़ने शुरू किए, ट्रिब्यून विचों। अगला प्रश्न, खालसा कॉलेज अमृतसर विच डॉक्टर रंधावा किस प्रोफैसर नूं मिले, बॉटनी के प्रोफैसर चरण सिंह नूं। अगला प्रश्न, खालसा कॉलेज अमृतसर के करता धरता कौन सन, सर सुंदर सिंह मजीठिया। लेखक के पिता जी का की अहुदा सी, तहसीलदार। लेखक की ICS की ਪ੍ਰੀਖਿਆ ਲਈ फीस किसने जमा कराई, निरंजन सिंह ने, मतलब उसका दोस्त सीगा, क्योंकि लेखक की अवस्था उदों बहुत वधिया नहीं सी आर्थिक तौर पर, तो उसके दोस्त ने फिर उसकी फीस जमा करवाई सी। आपां पढ़िया सीगा इस पाठ दे विच। वो है महिंदर सिंह रंधावा नूं अलीगढ़ यूनीवर्सिटी विच किहड़े लैक्चरर की खाली जगह का पता लग्या, ये सीगा बॉटनी की, क्योंकि बॉटनी की MSc की सी ना उसने। अगला प्रश्न, लेखक बीकानेर की बार विच किस थां ते पुज्जिया, उसका नाम सी गज सिंहपुर, याद रखना गज सिंहपुर। अगला प्रश्न, लेखक के परिवार की बीकानेर वाली जमीन का प्रबंध कौन करता सी, मुंशी राम सिंह। अगला प्रश्न, बीकानेर के महाराज का की नाम सी, गंगा सिंह। अगला प्रश्न, कैनाल कॉलोनी के बड़े अफसर का की नाम सी, जय गोपाल सेठी। अगला प्रश्न, ICS का इम्तिहान दिल्ली में कित्थे होना सी, मैटकाफ हाउस विच। अगला प्रश्न, डॉक्टर रंधावा दे ICS के इतिहास कदों तक चलते रहे, इतिहास के जोड़े एग्जाम सन। तो इम्तिहान है बेटे इत्थे, डॉक्टर रंधावा दे ICS के इम्तिहान कदों तो कदों तक चलते रहे, 11 तो 16 जनवरी तक। अगला प्रश्न, जनवरी 1931 हुई ICS की ਪ੍ਰੀਖਿਆ ਵਿੱਚ लेखक किन्नवें नंबर पर रहा, 19वें नंबर पर। अगला प्रश्न, जनवरी 1932 हुई ICS की ਪ੍ਰੀਖਿਆ ਵਿੱਚ लेखक किन्नवें नंबर पर रहा, 5वें नंबर पर। अगला प्रश्न, दिल्ली नूं ICS ਪ੍ਰੀਖਿਆ देण तुरे लेख के सज्जे पासे तो हिरना की डार लंघण ते किसने बदशगनी समझिया, राम सिंह ने। अगला प्रश्न, लेखक कदों दिल्ली का डिप्टी कमिश्नर बनया सी, 1946 विच। लेखक ने 10 रुपए मारन वाले लाले नूं किस लाइब्रेरी नूं 200 रुपए का चंदा देण लई कहा, महरौली की लाइब्रेरी नूं। अगला प्रश्न, हेठ लिखियां विचों किहड़ा कथन सही है तो किहड़ा गलत है। जून 1932 विच MS रंधावा ने MSc बॉटनी ऑनर्स पास की, पूछता भी ठीक है गलत है, उन्हें कहा 1932 गलत है क्योंकि 1930 के विच उन्हें पास की सी। कॉलेज विच MS रंधावा कमज़ोर मुंडिਆਂ ਨੂੰ मुफ्त बॉटनी जूलॉजी पढ़ाते रहे, ये लाइन ठीक है। MS रंधावा का मतलब महिंदर सिंह रंधावा है बेटा। अगला प्रश्न, सर सुंदर सिंह मजीठिया ने डॉक्टर रंधावा को बहुत पसंद किया, गलत हैगा। डॉक्टर रंधावा का दोस्त निरंजन सिंह दिल्ली नौकरी करता सी, ये ठीक हैगा। MS रंधावा विच अपने पिता की सूझबूझ, सियाणप, टैक्ट अते हिकमत अमली मौजूद सी, ये ठीक हैगा। अगला प्रश्न, कैनाल कॉलोनी का बड़ा अफसर राम सिंह से, गलत हैगा। ठीक है, क्योंकि आपां पढ़िया हैगा बड़ा अफसर का नाम की सीगा, जय गोपाल सेठी। तो MS रंधावा दिल्ली वाले लाले की कमीनी हरकत नूं कदे भी ना भुल सके, यह लाइन ठीक है।
बीकानेर के महाराज का नाम गंगा सिंह सीगा। यह की लाइन की है, ठीक है। 1946 में डॉक्टर महेंद्र सिंह रंधावा दिल्ली के डिप्टी कमिश्नर बने, ये गल ठीक हैगी आ। अगे हैगा भी ऑप्शनस ने, डॉक्टर MS रंधावा पब्लिक लाइब्रेरी लाहौर गया तो उत्थे उसने मुकाबले के इम्तिहानों के सवालों के डैश वेखे, की देखे सीगे, पैम्फलेट वेखे सीगे, मतलब जितों उन्होंने फिर ICS की परीक्षा पास करने का जोड़ा मन के शौक। डॉक्टर रंधावा दे निगरान जिहड़ा सीगा ML घोष रंग नहीं सी पछाण सकते क्योंकि वह कलर ब्लाइंड सन। ये आप वैसे पहला जो पाठ पढ़िया से उदों अपन पढ़ ले सीगे। ठीक उत्तर चुन के लिखना, गंगा सिंह दी डैश गाज सिंह पुर पुजी, हुण वो की है भी स्पैशल गड्डी है, लाइन दे विच भरनी हैगी आपां ने। ठीक उत्तर चुन के लिखो। 1931 में होए मुकाबले के इम्तिहान में MS रंधावा का किनवा नंबर आया सीगा, 19वां नंबर आया। ठीक उत्तर चुन के लिखना है। डैश पोटली बन के लंडन आया तो बाद में उस शहर का लॉर्ड मेयर बनया। तो हुणे कौन सीगा, डिक वलिंगटन। एक लाइन सीगी इस पाठ के विच आई हुई, जदों जिहड़ा है आपां पढ़िया सीगा भी लेखक है फिर 1946 के डिप्टी कमिश्नर बनता, फिर वो लारे नूं भुल्लदा नहीं जिन्हें उहदे नाल ठगी कीती सीगी, तां फिर उहनूं ये लाइन जिहड़ी याद आ गई कि डिक वलिंगटन सीगा, वो पोटली बन के लंडन आया सी, फिर उत्थे दा ही वो लॉर्ड मेयर बनया सी। तो इस तरह ही लेखक नूं याद आउंदा भी किस तरह वो बनया सीगा उत्थे दा मेयर, तो इत्थे भी जिहड़ा है दिल्ली दे नाल उहदा धोखा होया सी, तो दिल्ली दा ही वो फिर डिप्टी कमिश्नर बन गया सीगा। अगला प्रश्न, ठीक उत्तर चुनने ने आपां ने। हज़रत ईसा ने ठीक ही कहा कि या खुदा मुझे इम्तिहान में ना डाल। खाली स्थान भरो। डॉक्टर महेंद्र सिंह रंधावा दा थीसिस सी जिहड़ा पंजाब दीआं डैश ते सी, काहते सीगा, काहियां ते आपां गल कीती सी पहलां। ये डॉक्टर रंधावा डैश मुंडियां नूं मुफ्त बॉटनी जूलॉजी पढ़ाउंदे सीगे, कमज़ोर मुंडियां नूं। कमज़ोर का मतलब इत्थे की आ, पढ़ाई विच कमज़ोर, ठीक है। तो डॉक्टर महेंद्र सिंह रंधावा दा स्वैजीवनी अंश तख्त या तख्ता उसकी किहड़ी किताब दे विचों लिया गया है, उसका नाम की है, आप बीती। तो यह तो सीगा इस पाठ के वस्तुनिष्ठ प्रश्न। उम्मीद करती है कि तुहानूं सारे समझ लग गए होणगे। तो जेकर वीडियो चंगी लगी तो लाइक ते कमेंट करियो, अपने फ्रेंड्स के नाल वध तों वध शेयर करियो। जेकर इस चैनल ते नवे आए हैगे तो फिर इस चैनल की प्लेलिस्ट हर हालत विच वच व्याकरण का जो भाग है, जो प्लेलिस्ट है, उसनों जरूर बचना है बेटे, क्योंकि वह स्कूल तो लैके कॉलेज लैवल तक के विद्यार्थियों लिए बहुत ही लाभदायक हैगा। तो जेकर ये वीडियो तुहाडी पढ़ाई के लिहाज के नाल लाभदायक होई तो फिर इस चैनल को सबसक्राइब किए बिना बिल्कुल ना जाना। फिर मिलते हैं अगली वीडियो।